Hello students, good afternoon. I am Hanish Bansal. I am your business study lecturer. ਤਾਂ ਸਟੂਡੈਂਟਸ ਆਪਾਂ ਪਲੱਸ 2 ਕਲਾਸ ਕਮਰਸ ਬਿਜ਼ਨਸ ਸਟੱਡੀ ਦੀ ਚੌਥਾ ਚੈਪਟਰ ਕਰ ਰਹੇ ਹਾਂ ਜਿਹਦਾ ਨਾਮ ਹੈ ਪਲੈਨਿੰਗ। ਉਹਦੇ ਵਿੱਚ ਤੀਸਰੀ ਕਲਾਸ ਹੈ ਇਹ। ਪਹਿਲੀਆਂ ਦੋ ਕਲਾਸਾਂ ਤੁਸੀਂ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ। ਪਹਿਲਾਂ ਆਪਾਂ ਟੌਪਿਕ ਕਰ ਚੁੱਕੇ, ਮੀਨਿੰਗ ਕਰ ਚੁੱਕੇ ਪਲੈਨਿੰਗ ਦਾ, ਫੀਚਰਸ ਕਰ ਚੁੱਕੇ ਅਤੇ ਇੰਪੋਰਟੈਂਸ ਕਰ ਚੁੱਕੇ। ਅਤੇ ਹੁਣ ਆਪਾਂ ਪੜ੍ਹਾਂਗੇ ਲਿਮੀਟੇਸ਼ਨ ਆਫ ਪਲੈਨਿੰਗ। ਕਹਿੰਦੇ ਲਿਮੀਟੇਸ਼ਨ ਦੇ ਵਿੱਚ ਕੀ ਹੁੰਦਾ, ਇੱਕ ਇੰਟਰਨਲ ਲਿਮੀਟੇਸ਼ਨ ਆਫ ਪਲੈਨਿੰਗ ਹੈ ਜਿਹਦੇ ਵਿੱਚ ਦੇਖੋ ਪਲੈਨਿੰਗ ਲੀਡਸ ਟੂ ਰਿਜਿਡਿਟੀ। ਕਹਿੰਦੇ ਪਲੈਨਿੰਗ ਲਿਮੀਟੇਸ਼ਨ ਮਤਲਬ ਕੋਈ ਚੀਜ਼ ਆਪਾਂ ਨੂੰ ਨੁਕਸਾਨ ਜਾਂ ਡਿਸਐਡਵਾਂਟੇਜਸ ਕਹਿ ਸਕਦੇ ਹਾਂ। ਕਹਿੰਦੇ ਪਲੈਨਿੰਗ ਲੀਡਸ ਟੂ ਰਿਜਿਡਿਟੀ। ਕਹਿੰਦੇ ਪਲੈਨਿੰਗ ਹਮੇਸ਼ਾ ਕਿਹਨੂੰ ਲੀਡ ਕਰਦੀ ਹੈ, ਰਿਜਿਡਿਟੀ ਨੂੰ ਲੀਡ ਕਰਦੀ ਹੈ। ਰਿਜਿਡਿਟੀ ਦਾ ਮਤਲਬ ਹੁੰਦਾ ਹੈ ਕਿ ਸਥਿਰ। Once plans are made to decide the future course of action, the manager may not be in a position to change them. Following pre-decided plan when circumstances are changed may not bring positive result for organization. This kind of rigidity in plan may create difficulties. ਕਹਿੰਦੇ ਜਿਹੜਾ ਪਲੈਨਿੰਗ ਹੈ ਨਾ, ਆਪਾਂ ਜਦੋਂ ਕਿਸੇ ਪਰਟੀਕੂਲਰ ਓਬਜੈਕਟਿਵ ਨੂੰ ਅਚੀਵ ਕਰਨ ਲਈ ਆਪਾਂ ਪਲਾਨ ਕਰਦੇ ਹਾਂ ਤਾਂ ਜਿਹੜਾ ਪਲਾਨ ਹੁੰਦਾ ਉਹ ਹਮੇਸ਼ਾ ਰਿਜਿਡ ਹੁੰਦਾ। ਹੁਣ ਆਪਾਂ ਕਿਸੇ ਪਰਟੀਕੂਲਰ ਚੀਜ਼ ਗੋਲ ਨੂੰ ਅਚੀਵ ਕਰਨ ਵਾਸਤੇ ਆਪਾਂ ਪਲਾਨ ਕਰ ਲੈਂਦੇ ਹਾਂ ਕਿ ਇਸ ਤਰੀਕੇ ਨਾਲ ਹੋਏਗਾ, ਕਰਨਾ ਇਸ ਤਰੀਕੇ ਨਾਲ ਆ ਹੋਊਗਾ, ਇਸ ਤਰੀਕੇ ਨਾਲ ਆ ਹੋਊਗਾ, ਠੀਕ ਹੈ। ਅਤੇ ਹੁਣ ਜੇਕਰ ਆਪਣਾ ਬਿਜ਼ਨਸ ਇਨਵਾਇਰਮੈਂਟ ਲਗਾਤਾਰ ਚੇਂਜ ਹੋਏਗਾ ਤਾਂ ਜਿਸ ਵਜ੍ਹਾ ਨਾਲ ਜਿਹੜਾ ਆਪਾਂ ਪਲਾਨ ਕੀਤਾ ਉਹ ਕੰਮ ਨਹੀਂ ਕਰ ਪਾਏਗਾ ਉਸ ਚੀਜ਼ 'ਤੇ। ਅਤੇ ਉਹ ਫਿਰ ਜਿਹੜਾ ਚੇਂਜ ਹੁੰਦਾ ਤਾਂ ਉਸ ਮੁਤਾਬਿਕ ਆਪਾਂ ਨੂੰ ਨਵਾਂ ਪਲਾਨ ਤਿਆਰ ਕਰਨਾ ਪੈਂਦਾ, ਜਿਸ ਵਜ੍ਹਾ ਨਾਲ ਕਿ ਪਲਾਨਿੰਗ ਹਮੇਸ਼ਾ ਰਿਜਿਡਿਟੀ 'ਤੇ ਚੱਲਦੀ ਹੈ। ਜੇਕਰ ਆਪਾਂ ਨੂੰ ਚੇਂਜਸ ਨਹੀਂ ਹੋਣਗੇ ਤਾਂ ਜਾ ਕੇ ਪਲਾਨ ਆਪਣਾ ਕੰਮ ਕਰੇਗਾ। ਜੇਕਰ ਆਪਣੀ ਚੇਂਜਸ ਹੋਈ ਜਾਣਗੀਆਂ ਤਾਂ ਆਪਣਾ ਪਲਾਨ ਉੱਥੇ ਵਰਕ ਨਹੀਂ ਕਰੇਗਾ। ਤਾਂ ਇਸ ਲਈ ਚੇਂਜਸ ਹੋਣ ਨਾਲ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਨਹੀਂ ਹੁੰਦੇ, ਤਾਂ ਜਿਸ ਵਜ੍ਹਾ ਨਾਲ ਆਪਾਂ ਨੂੰ ਬਾਰ-ਬਾਰ ਚੇਂਜ ਕਰਨ ਨਾਲ ਆਪਾਂ ਨੂੰ ਨੈਗੇਟਿਵ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਅਤੇ ਡਿਫੀਕਲਟੀਜ਼ ਬਹੁਤ ਆਉਂਦੀ ਆ ਬਾਰ-ਬਾਰ ਪਲਾਨ ਚੇਂਜ ਕਰਨਾ, ਜਿਸ ਵਜ੍ਹਾ ਨਾਲ ਇਸ ਲਈ ਇਹ ਪਲਾਨਿੰਗ ਕੀ ਹੈ ਆਪਣਾ ਹਮੇਸ਼ਾ ਰਿਜਿਡ ਹੁੰਦਾ। ਕਲੀਅਰ ਹੈ ਗੱਲ। ਕਹਿੰਦੇ ਪਲੈਨਿੰਗ ਮੇ ਨੋਟ ਵਰਕ ਇਨ ਡਾਇਨਾਮਿਕ ਇਨਵਾਇਰਮੈਂਟ। ਕਹਿੰਦੇ ਪਲੈਨਿੰਗ ਕਦੇ ਵੀ ਡਾਇਨਾਮਿਕ ਇਨਵਾਇਰਮੈਂਟ 'ਚ ਵਰਕ ਨਹੀਂ ਕਰ ਪਾਉਂਦਾ। ਹੁਣ ਤੁਹਾਨੂੰ ਪਤਾ ਹੀ ਹੈ ਡਾਇਨਾਮਿਕ ਇਨਵਾਇਰਮੈਂਟ ਦਾ ਮਤਲਬ ਕੀ ਹੋਇਆ, ਬਾਰ-ਬਾਰ ਇਨਵਾਇਰਮੈਂਟ ਚੇਂਜ ਹੁੰਦਾ ਰਹਿੰਦਾ, ਠੀਕ ਹੈ। ਕਹਿੰਦੇ ਬਿਜ਼ਨਸ ਇਨਵਾਇਰਮੈਂਟ ਇਜ਼ ਵੈਰੀ ਡਾਇਨਾਮਿਕ ਐਜ਼ ਦੇयर ਆਰ ਕੰਟੀਨਿਊਸਲੀ ਚੇਂਜਸ ਟੇਕਿੰਗ ਪਲੇਸ ਇਨ ਇਕਨੋਮਿਕਲ, ਪੋਲੀਟੀਕਲ, ਲੀਗਲ। ਇਟ ਬਿਕਮ ਵੈਰੀ ਡਿਫਿਕਲਟ ਟੂ ਫੋਰਕਾਸਟ these future change. Plan may fail if the changes are very frequent. The environment consists of a number of segments and it becomes very difficult for a manager to assess future changes in the environment. For example, there may be changes in economic policy, changes in fashion and trend, or changes in competitor policy. A manager cannot foresee these changes accurately and plan may fail if many such changes take place in environment. ਹੁਣ ਤੁਹਾਨੂੰ ਪਤਾ ਹੈ ਜਿਹੜਾ ਇਨਵਾਇਰਮੈਂਟ ਆਪਣਾ ਲਗਾਤਾਰ ਚੇਂਜ ਹੁੰਦਾ ਰਹਿੰਦਾ। ਹੁਣ ਉਹਦੇ ਵਿੱਚ ਪੋਲੀਟੀਕਲ, ਇਕਨੋਮਿਕਲ, ਲੀਗਲ ਬਹੁਤ ਸਾਰੇ ਚੇਂਜਸ ਆ ਜਾਂਦੀਆਂ ਨੇਗੀਆਂ ਅਤੇ ਆਪਣਾ ਜਿਹੜਾ ਪਲਾਨ ਹੈ ਉਹ ਡਾਇਨਾਮਿਕ ਚੇਂਜਸ ਕਾਰਨ, ਡਾਇਨਾਮਿਕ ਇਨਵਾਇਰਮੈਂਟ ਕਾਰਨ ਵਰਕ ਨਹੀਂ ਕਰ ਪਾਉਂਦਾ, ਕਿਉਂਕਿ ਪਲਾਨ ਤੁਹਾਨੂੰ ਪਤਾ ਰਿਜਿਡ ਹੁੰਦਾ। ਆਪਾਂ ਕਿਸੇ ਪਰਟੀਕੂਲਰ ਓਬਜੈਕਟਿਵ 'ਤੇ ਪਲਾਨ ਨੂੰ ਸੈੱਟ ਕਰ ਲੈਂਦੇ ਹਾਂ। ਪਲਾਨ ਨੂੰ ਸੈੱਟ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੀ ਆਪਾਂ ਉਸ 'ਤੇ ਕੰਮ ਕਰਦੇ ਹਾਂ। ਜਦੋਂ ਬਾਰ-ਬਾਰ ਪੋਲੀਟੀਕਲ, ਲੀਗਲ, ਇਕਨੋਮਿਕਲ ਬਹੁਤ ਸਾਰੇ ਚੇਂਜਸ ਆਉਂਦੇ ਰਹਿੰਦੇ ਨੇ, ਬਾਰ-ਬਾਰ ਆਉਂਦੇ ਰਹਿੰਦੇ ਨੇ, ਜਿਸ ਨਾਲ ਆਪਣਾ ਬਹੁਤ ਜ਼ਿਆਦਾ ਡਿਫੀਕਲਟ ਹੁੰਦਾ ਕਿ ਉਹੀ ਪਲਾਨ ਚੱਲਦੇ ਰਹਿਣਾ, ਕਿਉਂਕਿ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਹੀ ਕੰਮ ਕਰਨਾ ਪੈਂਦਾ ਜੋ ਆਪਣੀ ਕਰੰਟ ਸਿਚੁਏਸ਼ਨ ਹੁੰਦੀ ਹੈ। ਤਾਂ ਇਸ ਲਈ ਬਾਰ-ਬਾਰ ਜਿਹੜੀ ਕਰੰਟ ਸਿਚੁਏਸ਼ਨ ਦੇ ਉੱਤੇ ਨਵਾਂ ਪਲਾਨ ਤਿਆਰ ਕਰਨਾ ਪੈਂਦਾ, ਜਿਸ ਵਜ੍ਹਾ ਨਾਲ ਬਾਰ-ਬਾਰ ਪਲੈਨਿੰਗ ਕਰਨੀ ਪੈਂਦੀ ਹੈ, ਜਿਸ ਨਾਲ ਡਾਇਨਾਮਿਕ ਇਨਵਾਇਰਮੈਂਟ 'ਤੇ ਆਪਣਾ ਪਲਾਨ ਕੰਮ ਨਹੀਂ ਕਰ ਪਾਉਂਦਾ। ਤਾਂ ਕਲੀਅਰ ਹੋ ਗਿਆ ਸਟੂਡੈਂਟਸ। ਇਸ ਲਈ ਇਹ ਕਹਿਣ 'ਤੇ ਇਹੀ ਆਉਂਦਾ ਕਿ ਪਲੈਨਿੰਗ ਹਮੇਸ਼ਾ ਕਰੰਟ ਸਿਚੁਏਸ਼ਨ ਦੇ ਅਕੋਰਡਿੰਗ ਨਵਾਂ ਪਲਾਨ ਤਿਆਰ ਕੀਤਾ ਜਾ ਸਕਦਾ, ਪਰ ਉਹ ਜਿਹੜਾ ਪਲਾਨ ਬਣਾਇਆ ਉਹ ਕਦੇ ਵੀ ਵਰਕ ਨਹੀਂ ਕਰਦਾ ਕਿਉਂਕਿ ਬਾਰ-ਬਾਰ ਚੇਂਜਸ ਹੋਣ ਨਾਲ। ਐਂਡ ਇਟ ਰਿਡਿਊਸ ਕ੍ਰੀਏਟੀਵਿਟੀ। With the planning, the manager of the organization start working rigidly and they become the blind followers of the plan only. The manager do not take any initiative to take changes in the plan according to the changes prevailing
in the business environment, they stop giving suggestion and new ideas to bring improvement in working, because the guideline for working are giving in planning only. ਕਹਿੰਦੇ it reduce creativity reduce ਕਰਦਾ। ਕਿਵੇਂ ਰਿਡਿਊਸ ਕਰਦਾ? ਕਿਉਂਕਿ ਜਦੋਂ ਇੱਕ ਵਾਰ ਪਲਾਨ ਬਣ ਜਾਂਦਾ ਆਪਾਂ ਬਸ ਉਹਦੇ ਉੱਤੇ ਬਲਾਈਂਡਲੀ ਕੰਮ ਕਰਨਾ ਚਾਲੂ ਕਰ ਦਿੰਦੇ ਹਾਂ। ਫਿਰ ਆਪਾਂ ਨੂੰ ਨਾ ਕੋਈ ਆਈਡੀਆ, ਨਾ ਕੋਈ ਥਿੰਕਿੰਗ, ਨਾ ਕੁਛ ਨਹੀਂ ਆਪਾਂ ਸੋਚਦੇ, ਕਿਉਂਕਿ ਆਪਣਾ ਜਦੋਂ ਪਲਾਨ ਬਣ ਗਿਆ ਆਪਾਂ ਸਿਰਫ ਬਲਾਈਂਡਲੀ ਉਹਦੇ ਉੱਤੇ ਕੰਮ ਕਰਨਾ ਚਾਲੂ ਕਰ ਦਿੰਦੇ ਹਾਂ। ਹਾਂ, ਪਲਾਨ ਦੇ ਵਿੱਚ ਸਾਰਾ ਕੁਛ ਹੁੰਦਾ ਕਿ ਹਾਂ ਇਹ ਕੰਮ ਐਵੇਂ ਕਰਨਾ, ਇਸ ਜਗ੍ਹਾ 'ਤੇ ਇਹ ਹੋਊਗਾ, ਆਹ ਬੰਦਾ ਆਹ ਕੰਮ ਕਰੂਗਾ, ਸਾਰਾ ਕੁਛ ਉਸੀ ਮੁਤਾਬਿਕ ਆਪਾਂ ਕੰਮ ਕਰਨਾ ਚਾਲੂ ਕਰ ਦਿੰਦੇ ਹਾਂ। ਫਿਰ ਆਪਣੀ ਜਿਹੜੀ ਥਿੰਕਿੰਗ ਸਕਿੱਲ ਹੈ ਉਹ ਕੀ ਹੋ ਜਾਂਦੀ ਹੈ, ਬੰਦ ਹੋ ਜਾਂਦੀ ਹੈ। ਫਿਰ ਆਪਾਂ ਕੁਛ ਨਹੀਂ ਸੋਚਦੇ ਹੈਗੇ। ਠੀਕ ਹੈ, ਜਦੋਂ ਬਿਜ਼ਨਸ ਇਨਵਾਇਰਮੈਂਟ ਚੇਂਜ ਹੁੰਦਾ ਤਾਂ ਜਾ ਕੇ ਆਪਾਂ ਨੂੰ ਨਵੇਂ ਪਲਾਨ, ਨਵੇਂ ਥਿੰਕਿੰਗ ਸੋਚਣਾ ਪੈਂਦੀ ਹੈ। ਅਦਰਵਾਈਜ਼ ਤਾਂ ਆਪਾਂ ਨੂੰ ਜੇ ਕੋਈ ਚੇਂਜ ਨਾ ਹੋਵੇ ਤਾਂ ਆਪਾਂ ਨੂੰ ਫਿਲਹਾਲ ਉਸੇ ਦੇ ਮੁਤਾਬਿਕ ਹੀ ਕੰਮ ਕਰਨਾ ਪੈਂਦਾ। ਇਸ ਲਈ ਇਹਦੇ ਵਿੱਚ ਕ੍ਰੀਏਟਿਵਿਟੀ ਕੀ ਹੁੰਦੀ ਹੈ, ਰਿਡਿਊਸ ਹੁੰਦੀ ਹੈ। ਹੁਣ ਜੇਕਰ ਕ੍ਰੀਏਟਿਵਿਟੀ ਹੁਣ ਦੇਖੋ, ਜੇਕਰ ਆਪਾਂ ਬਿਜ਼ਨਸ ਇਨਵਾਇਰਮੈਂਟ ਵੀ ਲਗਾਤਾਰ ਚੇਂਜ ਹੋਏਗਾ ਤਾਂ ਫਿਰ ਉਸ ਤੋਂ ਬਾਅਦ ਉਹ ਨਵੀਂ ਸਿਚੁਏਸ਼ਨ ਦੇ ਉੱਤੇ ਪਲਾਨ ਬਣੇਗਾ। ਫਿਰ ਆਪਾਂ ਉਸ ਚੀਜ਼ ਨੂੰ ਦੇਖਾਂਗੇ ਕਿ ਹਾਂ ਨਵੀਂ ਗਾਈਡਲਾਈਨਸ ਆਉਣਗੀਆਂ ਕਿ ਹਾਂ ਚੇਂਜਿਸ ਹੋਇਆ ਤਾਂ ਇੱਥੇ ਕਿਵੇਂ ਕੰਮ ਕਰਨਾ, ਜਿਹੜੀ ਗਾਈਡਲਾਈਨਸ ਆਏਗੀਆਂ ਆਪਾਂ ਸਿਰਫ ਉਹਨੂੰ ਫੋਲੋ ਕਰਨਾ। ਤਾਂ ਇਸ ਤਰੀਕੇ ਨਾਲ ਜਿਹੜੀ ਵੀ ਹੈ ਵਰਕਰਸ ਦੀ ਜਿਹੜੀ ਕ੍ਰੀਏਟਿਵਿਟੀ ਹੈ ਉਹ ਰਿਡਿਊਸ ਹੋ ਜਾਂਦੀ ਹੈ। ਪਲੈਨਿੰਗ ਇਨਵੋਲਵਸ ਯੂਜ਼ ਕੋਸਟ। ਕਹਿੰਦੇ ਪਲੈਨਿੰਗ ਇਨਵੋਲਵ ਯੂਜ਼ਡ ਕੋਸਟ ਦੇ ਵਿੱਚ ਕੀ ਹੁੰਦਾ? ਪਲੈਨਿੰਗ process involve lot of cost because it is an intellectual process and companies need to hire the professional experts to carry on the process. Along with the salary of these experts, the company has to spend a lot of time and money to collect accurate facts and figures. So it is a cost consuming process. If the benefit of planning are not more than its cost, then it should not be carried on. ਕਹਿੰਦੇ ਜਿਹੜਾ ਪਲੈਨਿੰਗ ਹੈ ਨਾ ਉਹ ਇਨਵੋਲਵ ਹੁੰਦਾ ਹੈ ਉਹ ਯੂਜ਼ ਕੋਸਟ ਦੇ ਉੱਤੇ। ਕਹਿੰਦੇ ਕਿ ਉਹਨੂੰ ਪਤਾ ਹੈ ਇਹ ਪਲੈਨਿੰਗ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ, ਬਹੁਤ ਜ਼ਿਆਦਾ ਕੋਸਟ ਲੱਗਦੀ ਹੈ। ਇਹਦੇ ਵਿੱਚ ਇੰਟਲੈਕਚੁਅਲ ਪ੍ਰੋਸੈਸ ਹੁੰਦਾ, ਆਪਾਂ ਨੂੰ ਬਹੁਤ ਜ਼ਿਆਦਾ ਐਕਸਪਰਟਾਈਜ਼ ਹਾਇਰ ਕਰਨੇ ਪੈਂਦੇ ਨੇ, ਪ੍ਰੋਫੈਸ਼ਨਲ ਐਕਸਪਰਟਾਈਜ਼, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੈਲਰੀ ਦੇਣੀ ਪੈਂਦੀ ਹੈ ਅਤੇ ਲੋਟ ਆਫ ਟਾਈਮ ਲੱਗਦਾ ਹੈ, ਕਿਉਂਕਿ ਕਿਸੇ ਪਰਟੀਕੂਲਰ ਆਬਜੈਕਟ ਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਐਕਸਪਰਟਾਈਜ਼ ਦੀ, ਪ੍ਰੋਫੈਸ਼ਨਲ ਪਰਸਨ ਦੀ ਲੋੜ ਪੈਂਦੀ ਹੈ। ਫਿਰ ਜਾ ਕੇ ਕਿਤੇ ਆਪਾਂ ਆਪਣੇ ਔਰਗਨਾਈਜੇਸ਼ਨ ਨੂੰ ਸਕਸੈਸਫੁਲੀ ਰਨ ਕਰਨ ਲਈ ਆਪਣਾ ਕਿਤੇ ਜਾ ਕੇ ਪਲਾਨ ਬਣਦਾ, ਜਿਸ ਨਾਲ ਬਹੁਤ ਜ਼ਿਆਦਾ ਕੋਸਟ ਲੱਗ ਜਾਂਦੀ ਹੈ, ਜਿਸ ਵਜ੍ਹਾ ਨਾਲ ਪਲੈਨਿੰਗ 'ਚ ਇਹ ਪੁਆਇੰਟ ਆ ਜਾਂਦਾ। ਸਮਝ ਆ ਗਈ ਸਾਰਿਆਂ ਨੂੰ ਸਟੂਡੈਂਟਸ? ਅੱਗੇ ਦੇਖੋ ਸਟੂਡੈਂਟਸ, ਇਟ ਇਜ਼ ਟਾਈਮ ਕੰਜ਼ਿਊਮਿੰਗ ਪ੍ਰੋਸੈਸ। ਕਹਿੰਦੇ ਹੁਣ ਤੁਹਾਨੂੰ ਸਿੰਪਲ ਉੱਪਰ ਵੀ ਮੈਂ ਡਿਸਕਸ ਕਰ ਚੁੱਕਿਆ। ਕਹਿੰਦੇ ਪਲੈਨਿੰਗ ਪ੍ਰੋਸੈਸ ਇਜ਼ ਏ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਬਿਕੋਜ਼ ਇਟ take a long time to evaluate the alternatives and select the best one. Lot of time is needed in developing planning premises, so because of this the action gets delayed, and whenever there is a need for promote an immediate decision, then we have to avoid planning. And ਇਹ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ। ਕਹਿੰਦੇ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਕਿਵੇਂ ਹੈ? ਕਹਿੰਦੇ ਆਪਾਂ ਨੂੰ ਬਹੁਤ ਜ਼ਿਆਦਾ ਇਵੈਲੂਏਸ਼ਨ ਕਰਨੀ ਪੈਂਦੀ ਹੈ, ਮੁਲਾਂਕਣ ਕਰਨਾ ਪੈਂਦਾ। ਆਪਾਂ ਨੂੰ ਬਹੁਤ ਸਾਰਾ ਅਲਟਰਨੇਟਿਵਸ ਹੁੰਦੇ ਨੇ ਕਿ ਹਾਂ ਇਹ ਕੰਮ ਵੀ ਐਵੇਂ ਕਰ ਸਕਦੇ, ਇੱਥੇ ਵੀ ਕਰ ਸਕਦੇ ਹਾਂ। ਤਾਂ ਆਪਾਂ ਨੂੰ ਸਭ ਤੋਂ ਬੈਸਟ ਸਿਲੈਕਟ ਕਰਨਾ ਪੈਂਦਾ, ਜਿਹਦੇ ਨਾਲ ਆਪਣਾ ਬਹੁਤ ਜ਼ਿਆਦਾ ਲੋਟ ਆਫ ਟਾਈਮ ਕੰਜ਼ਿਊਮ ਹੋ ਜਾਂਦਾ। ਫਿਰ ਆਪਾਂ ਉਸ 'ਤੇ ਕੰਮ ਕਰਕੇ ਦੇਖਦੇ ਹਾਂ ਕਿ ਆਪਣਾ ਇਹ ਕੰਮ ਲੱਗੇਗਾ, ਕਿੰਨਾ ਟਾਈਮ ਲੱਗਦਾ, ਆਪਾਂ ਨੂੰ ਐਕਸਪੈਰੀਮੈਂਟ ਕਰਕੇ ਦੇਖਣੇ ਪੈਂਦੇ ਆ। ਤਾਂ ਕਾਫੀ ਜ਼ਿਆਦਾ ਟਾਈਮ ਆਪਣਾ ਕੰਜ਼ਿਊਮ ਹੋ ਜਾਂਦਾ, ਜਿਸ ਨਾਲ ਆਪਾਂ ਨੂੰ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ ਟਾਈਮ ਕੰਜ਼ਿਊਮਿੰਗ ਦਾ। ਸਾਰਿਆਂ ਨੂੰ ਕਲੀਅਰ ਹੋ ਗਿਆ ਨਾ? ਕਹਿੰਦੇ ਟਾਈਮ ਜਿਹੜਾ ਪਲੈਨਿੰਗ ਡਜ਼ ਨੋਟ ਗਿਵ ਗਰੰਟੀ ਸਕਸੈਸ। ਕਹਿੰਦੇ ਪਲੈਨਿੰਗ ਕਦੇ ਵੀ ਗਰੰਟੀ ਸਕਸੈਸ ਨਹੀਂ ਦਿੰਦਾ ਹੈਗਾ। ਕਿਵੇਂ? ਸਮ ਟਾਈਮ ਮੈਨੇਜਰ ਹੈਵ ਫਾਲਸ ਸੈਂਸ ਆਫ security that plan have worked successfully in past, so these will be working in future also. There is a tendency in manager to rely on pre-tested plan. It is not true that if a plan has worked successfully in past it will bring success in future. So also, as there are so many unknown factors which may lead to failure of plan in future,
Planning only provides a base for analysis future. It is not a solution for future course of action. ਕਹਿੰਦੇ ਪਲੈਨਿੰਗ ਇੱਕ ਕਹਿੰਦੇ ਗਰੰਟੀ ਸਕਸੈਸ ਨਹੀਂ ਦਿੰਦਾ। ਕਿਵੇਂ? ਕਹਿੰਦੇ ਆਪਾਂ ਜਦੋਂ ਪਲਾਨ ਕਰਦੇ ਆ ਆਪਾਂ ਪ੍ਰੈਜੈਂਟ 'ਚ ਪਲਾਨ ਕਰਦੇ ਆ, ਕਿਸ ਵਾਸਤੇ ਕਰਦੇ ਆ? ਫਿਊਚਰ ਵਾਸਤੇ। ਕਿਹਨੂੰ ਦੇਖ ਕੇ? ਪਾਸਟ ਐਕਸਪੀਰੀਅੰਸ ਨੂੰ। ਅਗਰ ਪਾਸਟ ਦੇ ਵਿੱਚ ਆਪਣਾ ਕੋਈ ਪਲਾਨ ਸਕਸੈਸਫੁਲੀ ਰਨ ਕੀਤਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਫਿਊਚਰ ਦੇ ਵਿੱਚ ਵੀ ਸਕਸੈਸਫੁਲੀ ਰਨ ਕਰੇਗਾ। ਤਾਂ ਇਸ ਲਈ ਆਪਾਂ ਜਸਟ ਕਈ ਵਾਰ ਕੀ ਹੁੰਦਾ, ਜਿਹੜਾ ਮੈਨੇਜਰ ਜੋ ਚੀਜ਼ ਸੋਚਦਾ ਕਿ ਉਹ ਪਲਾਨ ਹੀ ਆਪਣਾ ਸਕਸੈਸਫੁਲ ਹੈ, ਕਈ ਵਾਰ ਨਹੀਂ ਵੀ ਹੋ ਸਕਦਾ। ਕਹਿੰਦੇ ਕਦੇ ਵੀ ਐਵੇਂ ਨਹੀਂ ਆਪਾਂ ਕਹਿ ਸਕਦੇ ਕਿ ਹਾਂ ਵੀ ਪਲਾਨ ਜਿਹੜਾ ਕੀਤਾ ਆਪਾਂ ਨੇ ਉਹੀ ਉਹਦੇ ਅਕੋਰਡਿੰਗ ਹੀ ਆਪਣਾ ਸਕਸੈਸਫੁਲੀ ਰਨ ਹੋਏਗਾ, ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲਣਗੇ ਜਾਂ ਨਹੀਂ। ਇਸ ਲਈ ਕਦੇ ਵੀ ਪਲੈਨਿੰਗ ਕਦੇ ਸਕਸੈਸਫੁਲੀ ਗਰੰਟੀ ਨਹੀਂ ਦਿੰਦਾ ਹੈਗਾ ਕਿ ਇਹ ਜ਼ਰੂਰੀ ਕਿ ਲੱਗੇਗਾ ਹੀ ਲੱਗੇਗਾ, ਸਕਸੈਸਫੁਲੀ ਰਨ ਹੋਏਗਾ ਹੀ ਹੋਏਗਾ, ਐਵੇਂ ਕੋਈ ਗਰੰਟੀ ਨਹੀਂ ਦਿੰਦਾ ਹੈਗਾ। ਤਾਂ 6 ਪੁਆਇੰਟ ਤੁਹਾਨੂੰ ਕਲੀਅਰ ਕੱਟ ਸਮਝ ਆ ਗਏ ਹੋਣੇ। ਅੱਗੇ ਦੇਖਦੇ ਆਪਾਂ ਇਹਦੇ ਰਿਲੇਟਡ ਕੇਸ ਸਟੱਡੀ ਕਰਦੇ ਹਾਂ। ਦੇਖੋ ਸਟੂਡੈਂਟਸ, ਇਹਦੇ ਨਾਲ ਰਿਲੇਟਡ ਆਪਾਂ ਕੇਸ ਸਟੱਡੀ ਕਰ ਰਹੇ ਹਾਂ। ਕਹਿੰਦੇ ਵਿਚ ਲਿਮਿਟੇਸ਼ਨ is highlighted here once plan decided the future course of action and manager may not be in position to change it। ਕਹਿੰਦੇ ਇੱਕ ਆਪਾਂ ਨੇ ਲਿਮਿਟੇਸ਼ਨ ਦੱਸਣੀ ਹੈ ਕਿ once plan decided the future course of action, ਕਹਿੰਦੇ ਜੇਕਰ ਇੱਕ ਤੇ ਐਂਡ ਮੈਨੇਜਰ ਮੇ ਨੋਟ ਬੀ ਪੋਜੀਸ਼ਨ ਟੂ ਚੇਂਜ ਇਟ। ਕਹਿੰਦੇ ਜਿਹੜਾ ਇੱਕ ਵਾਰ ਪਲਾਨ ਲੱਗ ਗਿਆ ਫਿਊਚਰ ਆਫ ਕੋਰਸ ਆਫ ਐਕਸ਼ਨ ਵਾਸਤੇ, ਫਿਰ ਮੈਨੇਜਰ ਉਹਨੂੰ ਚੇਂਜ ਨਹੀਂ ਕਰ ਸਕਦਾ। ਤਾਂ ਚੇਂਜ ਕਰਨਾ ਪੋਸੀਬਲ ਨਹੀਂ ਹੁੰਦਾ, ਬਹੁਤ ਪੋਜੀਸ਼ਨ 'ਚ ਨਹੀਂ ਹੁੰਦਾ। ਤਾਂ ਕਿਹੜਾ ਪੁਆਇੰਟ ਕਹਿੰਦਾ ਹੈ? ਪਲੈਨਿੰਗ ਮੇ ਨੋਟ ਵਰਕ ਇਨ ਡਾਇਨਮਿਕ ਇਨਵਾਇਰਮੈਂਟ। ਪਲੈਨਿੰਗ ਅਤੇ ਕ੍ਰੀਏਟ ਰਿਜਿਡਿਟੀ, ਰਿਡਿਊਸ ਕ੍ਰੀਏਟਿਵਿਟੀ, ਟਾਈਮ ਕੰਜ਼ਿਊਮਿੰਗ। ਇੱਥੇ ਦੇਖੋ ਟਾਈਮ ਕੰਜ਼ਿਊਮਿੰਗ ਵਾਲਾ ਕੁਛ ਗੱਲ ਕੀਤੀ ਨਹੀਂ ਕਿ ਰਿਡਿਊਸ ਕ੍ਰੀਏਟਿਵਿਟੀ ਨਾਲ ਰਿਲੇਟਡ। ਕ੍ਰੀਏਟਿਵਿਟੀ ਦੀ ਵੀ ਕੋਈ ਗੱਲ ਨਹੀਂ ਕੀਤੀ ਗਈ। ਕ੍ਰੀਏਟ ਰਿਜਿਡਿਟੀ ਦੀ ਗੱਲ ਕੀਤੀ ਗਈ ਹੈ। ਪਲੈਨਿੰਗ ਮੇ ਨੋਟ ਵਰਕ ਇਨ ਡਾਇਨਾਮਿਕ ਇਨਵਾਇਰਮੈਂਟ। ਹੁਣ ਦੇਖੋ ਏ ਅਤੇ ਬੀ ਪੁਆਇੰਟ ਬਹੁਤ ਕਲੋਜ਼ ਨੇਗੇ, ਬਟ ਹੁਣ ਜੇਕਰ ਏ ਪੁਆਇੰਟ ਕਿਉਂ ਨਹੀਂ ਆ ਸਕਦਾ, ਇਹਦੇ ਵਿੱਚ ਇਹ ਹੈ ਵਨਸ ਪਲਾਨ ਡਿਸਾਈਡਡ ਦਾ ਫਿਊਚਰ ਕੋਰਸ ਆਫ ਐਕਸ਼ਨ ਐਂਡ ਮੈਨੇਜਰ ਮੇ ਨੋਟ ਬੀ ਇਨ ਦਾ ਪੋਜੀਸ਼ਨ ਟੂ ਚੇਂਜ ਇਟ। ਕਹਿੰਦੇ ਇੱਥੇ ਇਹ ਗੱਲ ਕੀਤੀ ਹੈ ਕਿ ਇੱਕ ਵਾਰ ਪਲਾਨ ਬਣ ਗਿਆ, ਜਿਹੜਾ ਪਲਾਨ ਡਿਸਾਈਡ ਕਰ ਲਿਆ ਫਿਊਚਰ ਵਾਸਤੇ, ਮੈਨੇਜਰ ਪੋਜੀਸ਼ਨ 'ਚ ਨਹੀਂ ਹੁੰਦਾ ਚੇਂਜ ਕਰਨ ਦੇ। ਇੱਥੇ ਇਹ ਗੱਲ ਨਹੀਂ ਕੀਤੀ ਗਈ ਕਿ ਹਾਂ ਇਹਦੇ ਨਾਲ ਚੇਂਜ ਹੋ ਗਿਆ, ਉਹਦੇ ਨਾਲ ਚੇਂਜ ਹੋ ਗਿਆ। ਇੱਥੇ ਗੱਲ ਕੀਤੀ ਗਈ ਹੈ ਕਿ ਜਿਹੜਾ ਪਲਾਨ ਬਣ ਗਿਆ ਆਪਾਂ ਚੇਂਜ ਨਹੀਂ ਕਰ ਸਕਦੇ। ਤਾਂ ਇਹ ਕ੍ਰੀਏਟ ਰਿਜਿਡਿਟੀ ਦੀ ਗੱਲ ਕੀਤੀ ਗਈ ਹੈ। ਤਾਂ ਇਹ ਪੁਆਇੰਟ ਬੀ ਆਨਸਰ ਆ ਜਾਊਗਾ। ਠੀਕ ਹੈ, ਅੱਗੇ ਦੇਖੋ ਕਲੀਅਰ ਹੋ ਗਿਆ। ਇਸ ਤਰੀਕੇ ਨਾਲ ਆਪਾਂ ਨੇ ਕੇਸ ਸਟੱਡੀ ਜਾਂ ਕੋਈ ਵੀ ਪੁਆਇੰਟ ਸੋਲਵ ਕਰਨਾ ਹੁੰਦਾ। Superfine Rice Limited has the largest share of 55% in the market. The company policy is to sell only for cash. In 2015, for the first time, company number one position in the industry has been threatened because other companies started selling rice on credit also. But the manager of Superfine Rice Limited continues to rely on the previously tried and tested successfully plan, which does not work because the environment is not static. This lead to decline in sale of Superfine ਰਾਈਸ ਲਿਮਟਿਡ। ਦੇਖੋ ਸਟੂਡੈਂਟ ਸਿੰਪਲ ਗੱਲ ਹੈ, ਉਹਨਾਂ ਨੇ ਆਹ ਕੇਸ ਸਟੱਡੀ ਦੱਸੀ ਹੈ। ਤਾਂ ਇਹਨਾਂ ਦੇ ਵਿੱਚ ਦੱਸਿਆ ਪੁੱਛਿਆ ਗਿਆ ਕਿ ਦੋ ਲਿਮਿਟੇਸ਼ਨਾਂ ਦੱਸੋ ਕਿ ਜੋ ਇਸ ਕੇਸ ਸਟੱਡੀ ਨਾਲ ਢੁਕਦੀਆਂ ਹੋਣ। ਦੇਖੋ ਲਾਸਟ 'ਤੇ ਸਿੰਪਲ ਜੀ ਗੱਲ ਲਿਖਤੀ ਕਿ ਡਜ਼ ਨਾਟ ਵਰਕ ਬਿਕੋਜ਼ ਦਾ ਇਨਵਾਇਰਮੈਂਟ ਇਜ਼ ਨਾਟ ਸਟੈਟਿਕ। ਇਹ ਇੱਥੋਂ ਹੀ ਆਪਾਂ ਦੇਖੋ ਇਨਵਾਇਰਮੈਂਟ ਡਜ਼ ਨਾਟ ਇਸ ਲਈ ਸਟੈਟਿਕ ਹੈ ਕਿਉਂ? ਇਨਵਾਇਰਮੈਂਟ ਮਤਲਬ ਬਾਰ ਬਾਰ ਚੇਂਜ ਹੋ ਰਿਹਾ ਨਾ। ਅਤੇ ਇੱਥੇ ਸਕਸੈਸ ਇਸ ਲਈ ਆਪਾਂ ਨੂੰ ਇਹਦੇ ਵਿੱਚ ਕਿਹੜਾ ਪੁਆਇੰਟ ਆ ਜਾਊਗਾ? ਪਲੈਨਿੰਗ ਮੇ ਨੋਟ ਵਰਕ ਇਨ ਡਾਇਨਮਿਕ ਇਨਵਾਇਰਮੈਂਟ। ਕਹਿੰਦੇ ਡਾਇਨਮਿਕ ਇਨਵਾਇਰਮੈਂਟ ਦੇ ਵਿੱਚ ਵਰਕ ਨਹੀਂ ਕਰ ਸਕਦਾ। ਇਹ ਵਾਲਾ ਪੁਆਇੰਟ ਇਹਦੇ ਵਿੱਚ ਲਿਮੀਟੇਸ਼ਨ ਦਾ ਆਪਾਂ ਲਗਾ ਸਕਦੇ ਹਾਂ। ਠੀਕ ਹੈ, ਤਾਂ ਹੁਣ ਤੁਹਾਨੂੰ ਪਤਾ ਇੱਕ ਇਹ ਹੁਣ ਇਹ ਜਿਹੜੀ ਕੇਸ ਸਟੱਡੀ ਹੈ ਇੱਕ ਹੋਰ ਵੀ ਹੈ ਕਿ ਆਪਾਂ ਜਦੋਂ ਇਹ ਵਰਕ ਨੋਟ ਬਿਕੋਜ਼ ਦਾ ਇਨਵਾਇਰਮੈਂਟ ਇਜ਼ ਨੋਟ ਸਟੈਟਿਕ ਐਂਡ ਦਿਸ ਲੀਡ ਡਿਕਲਾਈਨ ਇਨ ਦਾ ਸੇਲ ਆਫ ਸੁਪਰਫਾਈਨ ਰਾਈਸ ਲਿਮਟਿਡ। ਹੁਣ ਇਸ ਆਪਾਂ ਨੂੰ ਇਹ ਕੇਸ ਸਟੱਡੀ ਦੇ ਵਿੱਚ ਇਹ ਵੀ ਦੇਖਣਾ ਪਏਗਾ ਕਿ ਇਹਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਗਈ ਆ ਹੋਰ ਕਿਹੜੀ ਲਿਮਿਟੇਸ਼ਨ ਇਹਨੂੰ ਢੁਕਦੀ ਆ। ਆਪਾਂ ਨੂੰ ਦੇਖੋ ਦੁਬਾਰਾ ਦੇਖੋ ਇੱਕ ਵਾਰ। The first time company number one position in the industry has been threatened because the other company started selling rice on credit also. But the manager of Superfine Rice Limited continue
to rely on the previously tried and tested successfully plan which does not work because the environment is not static। ਹੁਣ ਇਹਨਾਂ ਨੇ ਟੈਸਟ ਕੀਤਾ ਪ੍ਰੀਵੀਅਸਲੀ ਟੈਸਟਡ ਦੀ ਵੀ ਇੱਥੇ ਵਿੱਚ ਆਪਾਂ ਕਿਹੜਾ ਪੁਆਇੰਟ ਪੜ੍ਹਿਆ ਸੀਗਾ ਕਿ ਤਾਂ ਆਪਾਂ ਜ਼ਰੂਰੀ ਨਹੀਂ ਕਿ ਅੱਗੇ ਵੀ ਫਿਊਚਰ ਦੇ ਵਿੱਚ ਵਰਕ ਕਰੇ ਤਾਂ ਪਲੈਨਿੰਗ ਡਜ਼ ਨੋਟ ਟੂ ਗਿਵ ਗਰੰਟੀ ਸਕਸੈਸ ਵਾਲਾ ਪੁਆਇੰਟ ਵੀ ਇਹਦੇ ਅੰਦਰ ਆ ਜਾਂਦਾ। ਦਾ ਆਹੀ ਪੁਆਇੰਟ ਆਪਾਂ ਨੂੰ ਇਹਦੇ ਵਿੱਚ ਆਉਂਦਾ ਡਾਇਨਾਮਿਕ ਇਨਵਾਇਰਮੈਂਟ ਵਾਲਾ ਵੀ ਆ ਜਾਂਦਾ। ਡਾਇਨਾਮਿਕ ਇਨਵਾਇਰਮੈਂਟ 'ਚ ਪਲਾਨ ਕੰਮ ਨਹੀਂ ਕਰ ਸਕਦਾ, ਉੱਪਰ ਗਰੰਟੀ ਸਕਸੈਸ ਵਾਲਾ ਲਿਮਿਟੇਸ਼ਨ ਇਹਦੇ ਅੰਦਰ ਆ ਜਾਂਦੇ ਆ। ਕਲੀਅਰ ਹੈ ਸਟੂਡੈਂਟਸ? ਇਸ ਤਰੀਕੇ ਨਾਲ ਆਪਣੇ ਕੇਸ ਸਟੱਡੀ ਲੱਭਣੀ ਹੁੰਦੀ ਹੈ। ਬਾਕੀ ਜੇਕਰ ਸਟੈਟਿਕ ਇਨਵਾਇਰਮੈਂਟ ਦੀ ਗੱਲ ਕੀਤਾ ਤਾਂ ਰਿਜਿਡ ਵਾਲੀ ਦੀ ਗੱਲ ਕਰੋ ਤਾਂ ਰਿਜਿਡ ਇਹਦੇ ਵਿੱਚ ਆ ਨਹੀਂ ਸਕਦਾ। ਅਗਰ ਕ੍ਰੀਏਟੀਵਿਟੀ ਦੀ ਗੱਲ ਕਰੋ ਤਾਂ ਇੱਥੇ ਕਿਸੇ ਵੀ ਪੁਆਇੰਟ ਦੇ ਵਿੱਚ ਕ੍ਰੀਏਟੀਵਿਟੀ ਦੀ ਕੋਈ ਗੱਲ ਨਹੀਂ ਕੀਤੀ ਗਈ। ਕੋਸਟ ਦੀ ਗੱਲ ਕਰੋ, ਉਹ ਯੂਜ਼ ਕੋਸਟ ਲੱਗੀ ਹੈ ਤਾਂ ਉਹ ਕੋਸਟ ਦੀ ਵੀ ਇੱਥੇ ਕੋਈ ਗੱਲ ਨਹੀਂ ਕੀਤੀ ਗਈ। ਟਾਈਮ ਕੰਜ਼ਿਊਮਿੰਗ ਦੀ ਵੀ ਇੱਥੇ ਕੋਈ ਗੱਲ ਨਹੀਂ ਕੀਤੀ ਗਈ। ਤਾਂ ਇਸ ਤਰੀਕੇ ਨਾਲ ਲੱਭਣਾ ਤਾਂ ਆਪਾਂ ਨੂੰ ਪੂਰਾ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਜਾਂ ਕੇਸ ਸਟੱਡੀ ਕਿਸ ਚੀਜ਼ ਨੂੰ ਕਹਿ ਰਹੀ ਹੈ, ਉਹ ਇਹਦੇ ਨਾਲ ਮੈਚ ਵੀ ਕਰਨੀ ਚਾਹੀਦੀ ਹੈ। ਐਵੇਂ ਨਹੀਂ ਹੈਗਾ ਕਿ ਕੇਸ ਸਟੱਡੀ ਹੈ ਬਸ ਲਿਮਿਟੇਸ਼ਨ ਦਾ ਕੋਈ ਵੀ ਪੁਆਇੰਟ ਲਿਖ ਦਿਓ। ਹੁਣ ਤੁਸੀਂ ਦੇਖੋ ਜਿਹੜੇ ਮੈਂ ਤੁਹਾਨੂੰ ਪੁਆਇੰਟ ਬੋਲੇ ਨੇ ਉਹ ਬਿਲਕੁਲ ਵੀ ਨਹੀਂ ਇਸ ਕੇਸ ਸਟੱਡੀ 'ਤੇ ਲੱਗ ਰਹੇ ਹੈਗੇ। ਜਿਹੜੇ 2 ਪੁਆਇੰਟ ਦੱਸਿਆ ਉਹ ਇਹਦੇ ਵਿੱਚ ਮੈਚ ਕਰ ਰਹੇ ਨੇ, ਇਸ ਲਈ ਇਹ ਪੁਆਇੰਟ ਇਹਦੇ ਅੰਦਰ ਆ ਜਾਏਗਾ। ਤਾਂ ਕਲੀਅਰ ਹੈ ਸਟੂਡੈਂਟਸ? ਕੇਸ ਸਟੱਡੀ ਨੂੰ ਬੜੀ ਡੀਪਲੀ ਸਮਝਿਆ ਕਰੋ ਕਿਉਂਕਿ ਆਪਦੇ ਵੱਲੋਂ ਕੋਈ ਵੀ ਕੇਸ ਸਟੱਡੀ ਨਹੀਂ ਲਿਖ ਸਕਦੇ, ਆਪਦੇ ਵੱਲੋਂ ਕੋਈ ਵੀ ਪੁਆਇੰਟ ਨੂੰ ਨਹੀਂ ਲਿਖ ਸਕਦੇ। ਜੋ ਇਹਦੇ ਨਾਲ ਮੈਚ ਕਰਦਾ ਉਹੀ ਪੁਆਇੰਟ ਇਹਦਾ ਆਨਸਰ ਆਉਂਦਾ ਹੁੰਦਾ ਹੈ। ਕਲੀਅਰ ਹੈ ਸਟੂਡੈਂਟਸ? ਅੱਗੇ ਦੇਖਦੇ ਆਪਾਂ। ਅੱਗੇ ਦੇਖੋ ਸਟੂਡੈਂਟਸ, ਅਲਫਾ ਲਿਮਟਿਡ ਹੈਜ਼ ਏ ਪਲਾਨ ਆਫ ਇਨਕਰੀਜ਼ਿੰਗ ਪ੍ਰੋਫਿਟ ਬਾਏ 20%। ਕਹਿੰਦੇ ਉਹ ਆਪਣੇ ਪਲਾਨ ਕੀਤਾ ਕਿ ਪ੍ਰੋਫਿਟ ਨੂੰ 20% ਵਧਾਏ। ਦਾ ਕੰਪਨੀ ਸਪੈਂਟ ਏ ਲੋਟ ਆਫ ਟਾਈਮ ਐਂਡ ਮਨੀ ਟੂ ਫਰੇਮ ਇੰਪਲੀਮੈਂਟ ਦਿਸ ਪਲਾਨ। ਦੇਖੋ ਸਪੈਂਟ ਕੀਤਾ ਲੋਟ ਆਫ ਟਾਈਮ ਅਤੇ ਫਰੇਮ ਇੰਪਲੀਮੈਂਟ। ਹੁਣ ਪੁੱਛਿਆ ਕਿ ਆਪਾਂ ਨੂੰ ਲਿਮਿਟੇਸ਼ਨ ਦੱਸੋ। ਹੁਣ ਤੁਸੀਂ ਆਪ ਦਿਮਾਗ ਲਗਾਓ, ਜੇ ਅਗਰ ਲੋਟ ਆਫ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਪੁਆਇੰਟ ਲਿਮਿਟੇਸ਼ਨ ਆਉਂਦਾ? ਉਹੀ ਪੁਆਇੰਟ ਆ ਜਾਂਦਾ ਕਿ ਪਲੈਨਿੰਗ ਬਹੁਤ ਕੰਜ਼ਿਊਮ ਕਰਦੀ ਹੈ ਲੋਟ ਆਫ ਟਾਈਮ। ਪਹਿਲਾ ਪੁਆਇੰਟ ਤਾਂ ਆਹੀ ਆ ਗਿਆ। ਕਹਿੰਦੇ ਬਹੁਤ ਜ਼ਿਆਦਾ ਆਪਾਂ ਨੂੰ ਮਨੀ ਵੀ ਸਪੈਂਡ ਕਰਵਾਈ, ਯੂਜ ਕੋਸਟ ਵੀ ਇਹਦੇ ਵਿੱਚ ਪੁਆਇੰਟ ਆ ਗਿਆ। 2 ਪੁਆਇੰਟ ਆ ਗਏ ਨਾ ਲਿਮਿਟੇਸ਼ਨ ਦੇ। ਹੁਣ ਦੇਖੋ ਉਹ ਇਹਨਾਂ ਨੇ ਵੈਸੇ 2 ਲਿਮਿਟੇਸ਼ਨਾਂ ਪੁੱਛੀਆਂ ਨੇ, ਦੇਖਦੇ ਆ ਹੋਰ ਕੋਈ ਪੁਆਇੰਟ ਇਹਦੇ ਅੰਦਰ ਆਉਂਦਾ। ਦਾ ਕੰਪੀਟੀਸ਼ਨ ਇੰਕਰੀਜ਼ ਸੋ ਇਟ ਕੁਡ ਨੋਟ ਚੇਂਜ ਇਨ ਇਟਸ ਪਲਾਨ ਟੂ ਬੀਟ ਕੰਪੀਟੀਟਰ ਬਿਕੋਜ਼ ਹੁਜ ਅਮਾਊਂਟ ਆਫ ਮਨੀ ਇਜ਼ ਆਲਰੇਡੀ ਸਪੈਂਡ। ਦਾ ਪਲਾਨ ਫੇਲਡ, ਦਾ ਕੰਪਨੀ ਸਫਰਡ, ਹੁਜ ਲੋਸਟ। ਤਾਂ ਸਿੰਪਲ ਗੱਲ ਹੈ। ਕਹਿੰਦੇ ਬਾਕੀ ਇਹ ਦੇਖੋ ਯੂਜ ਕੋਸਟ ਵਾਲਾ ਪੁਆਇੰਟ ਇਹਦੇ ਅੰਦਰ ਆ ਜਾਂਦਾ ਅਤੇ ਇਹਦੇ ਅੰਦਰ ਆਪਣਾ ਟਾਈਮ ਕੰਜ਼ਿਊਮਿੰਗ ਵਾਲਾ ਪੁਆਇੰਟ ਆ ਜਾਂਦਾ। 2 ਲਿਮਿਟੇਸ਼ਨਾਂ ਪੁੱਛੀਆਂ ਤਾਂ 2 ਲਿਮਿਟੇਸ਼ਨ ਇਹਦੇ ਵਿੱਚ ਬੈਟਰ ਢੁਕਦੀਆਂ ਨੇ ਅਤੇ 2 ਲਿਮਿਟੇਸ਼ਨਾਂ ਇਹਦੇ ਅੰਦਰ ਲਿਖ ਸਕਦੇ ਹਾਂ। ਕਲੀਅਰ ਹੈ ਗੱਲ ਸਟੂਡੈਂਟਸ? ਅੱਗੇ ਦੇਖੋ ਐਕਸਟਰਨਲ ਲਿਮਿਟੇਸ਼ਨ। ਪਹਿਲਾਂ ਆਪਾਂ ਇੰਟਰਨਲ ਲਿਮਿਟੇਸ਼ਨ ਪੜ੍ਹੀਆਂ ਸੀ ਇਸ ਤੋਂ ਪਹਿਲਾਂ, ਹੁਣ ਆਪਾਂ ਐਕਸਟਰਨਲ ਲਿਮਿਟੇਸ਼ਨ ਪੜ੍ਹਾਂਗੇ। ਐਕਸਟਰਨਲ ਲਿਮਿਟੇਸ਼ਨ ਦੇ ਵਿੱਚ ਕੀ ਹੈ ਸਟੂਡੈਂਟਸ? ਦੇਖੋ ਨੈਚੁਰਲ ਕਲੈਮਿਟੀ। ਹੁਣ ਦੇਖੋ ਨੈਚੁਰਲ ਦੇ ਵਿੱਚ ਫਲੱਡ ਆ ਸਕਦਾ, ਅਰਥਕੁਏਕ ਆ ਸਕਦਾ, ਇਹਦੇ ਨਾਲ ਆਪਣਾ ਪਲਾਨ ਫੇਲ ਹੋ ਸਕਦਾ। ਦੇਖੋ ਸਿੰਪਲ ਹੈ। ਕੰਪੀਟੀਟਰ ਪੋਲਿਸੀ, ਕੰਪੀਟੀਟਰ ਆਪਣੇ ਤੋਂ ਬੈਟਰ ਸਟ੍ਰੈਟਜੀ, ਬੈਟਰ ਪੋਲਿਸੀ ਲਿਆਵੇ ਤਾਂ ਆਪਣਾ ਪਲਾਨ ਫੇਲ ਹੋ ਸਕਦਾ। ਲੋਕਾਂ ਦਾ ਟੇਸਟ, ਫੈਸ਼ਨ, ਟਰੈਂਡ ਬਦਲ ਜਾਵੇ ਤਾਂ ਵੀ ਆਪਣਾ ਪਲਾਨ ਫੇਲ ਹੋ ਸਕਦਾ। ਠੀਕ ਹੈ, ਇਹ ਸਮਝ ਰਹੇ ਹੋ ਤੁਸੀਂ ਪੁਆਇੰਟ? ਟੈਕਨੋਲੋਜੀ ਦੇ ਚੇਂਜ ਹੋਣ ਨਾਲ ਵੀ ਆਪਣਾ ਪਲਾਨ ਫੇਲ ਹੋ ਸਕਦਾ ਕਿਉਂਕਿ ਆਪਾਂ ਜਿਹੜਾ ਪਲਾਨ ਬਣਾਇਆ ਟੈਕਨੋਲੋਜੀ ਬਾਰ ਚੇਂਜ ਹੁੰਦੀ ਹੈ, ਉਹਦੇ ਨਾਲ ਵੀ ਆਪਣਾ ਪਲਾਨ, ਗਵਰਨਮੈਂਟ ਦੀ ਪੋਲਿਸੀ ਚੇਂਜ ਹੋਣ ਨਾਲ ਵੀ ਆਪਣਾ ਪਲਾਨ ਫੇਲ ਹੋ ਸਕਦਾ। ਦੇਖੋ ਨੈਚੁਰਲ ਕਲਾਈਮੇਟ ਨਾਲ, ਕੰਪੀਟੀਟਰ ਪੋਲਿਸੀ ਨਾਲ, ਫੈਸ਼ਨ ਟਰੈਂਡ ਚੇਂਜ ਹੋਣ ਨਾਲ, ਟੈਕਨੋਲੋਜੀ ਦੇ ਚੇਂਜ ਨਾਲ, ਗਵਰਨਮੈਂਟ ਦੀ ਪੋਲਿਸੀਆਂ ਦੇ ਚੇਂਜ ਹੋਣ ਨਾਲ ਆਪਣਾ ਪਲਾਨ ਫੇਲ ਹੋ ਸਕਦਾ। ਤਾਂ ਪੁਆਇੰਟ ਕਲੀਅਰ ਕੱਟ ਸਮਝ ਆ ਗਿਆ ਹੋਊਗਾ। ਐਕਸਟਰਨਲ ਲਿਮਿਟੇਸ਼ਨ, ਇੰਟਰਨਲ ਲਿਮਿਟੇਸ਼ਨ ਤੁਹਾਨੂੰ ਬਿਲਕੁਲ ਕਲੀਅਰ ਕੱਟ ਡਨ ਹੋ ਗਿਆ ਹੋਣਾ ਅਤੇ ਉਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਕੇਸ ਸਟੱਡੀਜ਼ ਵੀ ਕਰਵਾਤੀਆਂ। ਠੀਕ ਹੈ, ਅਤੇ ਵੱਧ ਤੋਂ ਵੱਧ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਵਿੱਚ ਇੱਕ ਟੋਪਿਕ ਵੀ ਕਟਵਾਇਆ ਗਿਆ ਇਸ ਚੈਪਟਰ ਦੇ ਵਿੱਚ, ਉਹ 2020-21 ਦੇ ਅਕੋਰਡਿੰਗ। ਠੀਕ ਹੈ, ਉਸ 20-21 ਤੋਂ ਬਾਅਦ 21-22 ਦੇ ਵਿੱਚ ਤਾਂ ਇਹ ਟੋਪਿਕ ਇਨਕਲੂਡਡ ਹੋਊਗਾ, ਪਰ ਫਿਲਹਾਲ ਕੋਵਿਡ-19 ਦੇ ਚੱਲਦੇ ਹੋਏ ਇਹ ਟੋਪਿਕ ਕਟਵਾਇਆ ਗਿਆ ਅਤੇ ਸਾਰਿਆਂ ਨੂੰ ਸਟੂਡੈਂਟਸ ਕਲੀਅਰ ਹੋ ਗਿਆ। ਅਤੇ ਤਦ ਤੱਕ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।